हरिओ रामदास दीन दयाल कृपाल सुख सागर सर्व घटा पर पूरी रे पेखत सुनत सदा है संगे मैं मूर्ख जानिया दूरी रे। पेखत सुनत सदा है संगे मैं मूर्ख जानिया दूरी रे। हर बेअंत हो मित कर वरना क्या जाना होए कैसो रे। करो बेनती सतगुर अपने मैं मूर्ख दियो उपदेसो रे। मैं मूर्ख की केतक बात है कोट पराधी तरिया रे। गुरु नानक जिन सुनिया पेखिया से फिर घर पास परिया रे। गुरु नानक जिन सुनिया पेखिया से फिर घर पास न परिया रे। सूही महला पंजवा उमकियो हियो मिलन प्रभ ताई खोजत चरियो देखो प्रह जाई। सुनत संदेसरो प्रह ग्रह सेज विछाई। प्रम प्रम आयो तो नदर न पाई। किन बिद हियरो तीरे निमाणो मिल साजन हो तुझ करबाणो। रहाओ एका सेज विशी तन कंता तन सूती फिर सद जगंता। पियो मदरो तन मतवंता तन जागे जे फिर बलंता। पई निरासी बहुत दिन लागे देश दिसंतर मैं सगले छागे। खिन रहन न पाऊं बिन पग पागे होए कृपाल प्रभ मिले सभागे। पयो कृपाल सतसंग मिलाया बूझी तपत करें फिर पाया। सगल सिगार हुन मुझे सुहाया। कहो नानक गुर परम चुकाया। जह देखा तह पिर है पाई खोलियो कपाट ता मन ठहराई। जह देखा तह पिर है पाई खोलियो कपाट ता मन ठहराई। आओ दूजा गुरु साहब जी की कृपा नाल संगत दोबारा शुरू हुई है। गुरु साहब जी दे आपां धन्नवादी आ। गुरु साहब जी ने जिहड़ा ये शब्द बख्शिया है सूही राग विच। सूही राग जिहड़ा मिलाप दा राग है खुशी दा राग है। गुरु साहब की बाणी च जिन्ने भी मिलाप दे शब्द आ ज्यादातर सूही राग च गुरु साहब ने लिखे हैं। गुरु साहब इस शब्द दे विच दो रहाओ एक रहाओ गुरु साहब कहंदे जीव इस्तरी तरला पाउंदी आ गुरु साहब अगे ते दूजे रहाओ च जिहड़ी ओहदी मंजिल आ जदों तरला गुरु साहब एक्सैप्ट कर लैंदे आ ते जिथे वो मुकाम हासिल करती आ
उस अवस्था ते दूजा रहाओ गुरु साहब ने दसिया है। ਜਦੋਂ ਜੀਵ ਆਪਣੀ ਸਿੱਖੀ ਦੀ ਦੁਨੀਆ ਚ ਆਉਂਦਾ ਹੈ ਜਗਿਆਸੂ ਬਣ ਕੇ, ਉਹਨੂੰ ਬਹੁਤ ਚੀਜ਼ਾਂ ਦੀ ਲੋੜ ਹੁੰਦੀ ਆ, ਉਹਨੂੰ ਕਈ ਗੁਣ ਚਾਹੀਦੇ ਆ। ਉਹਨਾਂ ਗੁਣਾਂ ਵਿੱਚੋਂ ਗੁਰੂ ਸਾਹਿਬ ਕਹਿੰਦੇ ਇੱਕ ਧੀਰਜ ਇੱਕ ਬਹੁਤ ਵੱਡਾ ਗੁਣ ਆ। ਧੀਰਜ ਧਰਮ ਆ, ਧਰਮ ਹੀ ਸਗਲ ਧਰਮ में श्रेष्ठ धर्म हर को नाम जप निर्मल कर्म। ਇਹ ਜਿਹੜਾ ਧਰਮ ਧੀਰਜ ਧਰਮ ਆ, ਗੁਰੂ ਸਾਹਿਬ ਕਹਿੰਦੇ ਇਹ ਜੇ ਧੀਰਜ ਨਹੀਂ ਗਾ ਕੋਲ ਤੇ ਜੀਵ ਚੰਚਲ ਹੋਇਆ ਮਾਇਆ ਦੇ ਵਿੱਚ ਇੱਧਰ ਉੱਧਰ ਭੱਜਾ ਫਿਰਦਾ। ਗੁਰੂ ਸਾਹਿਬ ਆਪਾਂ ਨੂੰ ਕਿਰਪਾ ਕਰਨ, ਇਹ ਵਿਚਾਰ ਜੋ ਜੀਵ ਦਾ ਤਰਲਾ ਹੈ ਉਹ ਆਪਾਂ ਤਰਲਾ ਪਾਈਏ ਗੁਰੂ ਸਾਹਿਬ ਅੱਗੇ, ਤੇ ਫਿਰ ਗੁਰੂ ਸਾਹਿਬ ਆਪਾਂ ਨੂੰ ਪ੍ਰੋਸੀਜਰ ਦੱਸਣ ਮਿਲਣ ਦਾ ਤੇ ਮਿਲਾਪ ਬਖਸ਼ਣ। ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀਆਂ ਕਰਨੀਆਂ ਤਾਂ ਜੋ ਇਹ ਅਵਸਥਾ ਆਪਾਂ ਨੂੰ ਮਿਲ ਜੇ, ਜਿਹਦੇ ਆਪਾਂ ਲਾਇਕ ਨਹੀਂ ਗੇ, ਪਰ ਫਿਰ ਵੀ ਗੁਰੂ ਸਾਹਿਬ ਜੀ ਅੱਗੇ ਤਰਲਾ ਪਾਉਣਾ ਹੈ। ਤੇ ਸਾਰੇ ਸੀਸ ਬਖਸ਼ੋ, ਪਿਆਰ ਨਾਲ ਫਤਿਹ ਦੀ ਸਾਂਝ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਕਹਿੰਦੇ ਵੀ ਜੀਵ ਤੂੰ ਇੱਥੇ ਆਇਆ ਹੈ, ਆਪਣੀ ਖੋਜ ਕਰ, ਖੋਜ ਕਰ ਤੂੰ ਧਰਤੀ ਤੇ ਕਿਉਂ ਆਇਆ ਹੈ। ਹੁਣ ਖੋਜ ਗੁਰੂ ਸਾਹਿਬ ਕਹਿੰਦੇ ਕਿੱਥੋਂ ਸ਼ੁਰੂ ਹੁੰਦੀ ਆ? ਜਦੋਂ ਕੋਈ ਰਾਹ ਨਹੀਂ ਮਿਲਦਾ ਨਾ, ਕੋਈ ਰਾਹ ਨਹੀਂ ਮਿਲਦਾ ਤੇ ਜੀਵ ਦੀ ਖੁਆਰੀ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਖੁਆਰੀ ਵੀ ਗੁਰੂ ਸਾਹਿਬ ਕਹਿੰਦੇ ਜੇ ਤੂੰ ਪਛਾਣੇ ਤੇ ਖੁਆਰੀ ਵੀ ਇੱਕ ਦਾਤ ਆ। ਹੁਣ ਖੁਆਰੀ ਇੱਕ ਦਾਤ ਵੀ ਆ ਤੇ ਖੁਆਰੀ ਇੱਕ ਤਰ੍ਹਾਂ ਦਾ ਦੁੱਖ ਵੀ ਆ। ਤੇ ਦੁੱਖ ਦਾਰੂ ਬਣ ਕੇ ਜੀਵ ਨੂੰ ਗੁਰੂ ਦੇ ਘਰ ਲੈ ਕੇ ਆਉਂਦਾ ਵਾ। ਜੇ ਆਪਾਂ ਖੁਆਰੀ ਨੂੰ ਆਪਾਂ ਸਹੀ ਤਰ੍ਹਾਂ ਪੜਚੋਲ ਨਹੀਂ ਕਰਦੇ ਕਿ ਮੈਂ ਖੁਆਰ ਕਿਵੇਂ ਹੋਇਆ, ਕਾਹਤੋਂ ਹੋਇਆ, ਤੇ ਆਪਾਂ ਹੋਰ ਦੁਖੀ ਤੇ ਹੋਰ ਦੁਖੀ ਹੋਈ ਜਾਣਾ। ਪਰ ਜੇ ਭਾਈ ਵੀਰ ਸਿੰਘ ਜੀ ਦੱਸਦੇ ਕਹਿੰਦੇ ਜੇ ਆਪਾਂ ਦੁੱਖਾਂ ਵੇਲੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਨਾਲ ਜੋੜੀਏ, ਗੁਰੂ ਸਾਹਿਬ ਦਾ ਆਸਰਾ ਤੱਕੀਏ, ਗੁਰੂ ਸਾਹਿਬ ਤੋਂ ਧੀਰਜ ਮੰਗੀਏ, ਤੇ ਉਹੀ ਦੁੱਖ ਆਪਾਂ ਨੂੰ ਆਪਣੀ ਆਤਮਿਕ ਅਵਸਥਾ ਉੱਚੀ ਕਰ ਸਕਦਾ ਵਾ। ਇਸ ਕਰਕੇ ਖੁਆਰੀ ਵੀ ਇੱਕ ਦਾਤ ਆ। ਹੁਣ ਜੀਵ ਖੁਆਰ ਹੋਇਆ, ਖੁਆਰ ਕਿੱਦਾਂ ਹੋਇਆ? ਇੱਥੇ ਮਾਇਆ ਦੇ ਦੇਸ਼ ਵਿੱਚ, ਮਾਇਆ ਲੋਕ ਚ ਆਇਆ, ਵੱਖਰੀਆਂ ਉਹ ਚੀਜ਼ਾਂ ਟਰਾਈ ਕਰਦਾ ਹੈ। ਕਦੇ ਉਹ ਕਿਸੇ ਕੰਮ ਚ ਫਸ ਜਾਂਦਾ, ਕਦੇ ਉਹ ਕਿਸੇ ਵਿਕਾਰ ਚ ਫਸ ਜਾਂਦਾ। ਰਜੋ ਤਮੋ ਸਤੋ ਤਿੰਨਾਂ ਗੁਣਾਂ ਚੋਂ ਭੁਆਈ ਫਿਰਦੀ ਆ, ਭੁਆਈ ਜਾਂਦੀ ਆ। ਹੁਕਮ ਥੱਲੇ ਉਹ ਵੀ ਵਰਤਦੀ ਆ। ਹੁਣ ਜਦੋਂ ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭੁਆਈਏ। ਹੁਣ ਉਹ ਜੀਵ ਭੁਆਇਆ ਹੋਇਆ, ਗੁਰੂ ਸਾਹਿਬ ਨੇ ਉਹਨੂੰ ਮਾਇਆ ਦੀ ਡਿਊਟੀ ਲਾਈ ਆ, ਚੱਕਰ ਚ ਪਾਇਆ ਹੋਇਆ। ਹੁਣ ਕੀ ਹੋਊਗਾ? ਜੀਵ ਜਦੋਂ ਪੂਰਾ ਥੱਕ ਗਿਆ ਨਾ, ਜਦੋਂ ਉਹਦਾ ਸਰੀਰ ਤੇ ਮਨ ਦੋਵੇਂ ਥੱਕ ਗਏ, ਤੇ ਉਹ ਫਿਰ ਆਸਰਾ ਤੱਕਦਾ ਵਾ। ਉਹ ਇੱਕ ਚੀਜ਼ ਆਪਾਂ ਲੈਨੇ ਆ, ਉਹ ਥੋੜੇ ਦਿਨ ਠੀਕ ਲੱਗਦੀ ਆ, ਫਿਰ ਉਹਨੂੰ ਸੁੱਟ ਦਿੰਦੇ ਆ, ਫਿਰ ਦੂਜੀ ਭਾਲਦੇ ਆ, ਫਿਰ ਤੀਜੀ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਮਾਇਆ ਕਾ ਰੰਗ ਸਭ ਫਿੱਕਾ, ਇਹ ਫਿੱਕਾ ਰੰਗ ਆ, ਤੂੰ ਉਹ ਰੰਗ ਲੱਭ ਜਿਹੜਾ ਸਦੀਵੀ ਰਵੇ। ਹੁਣ ਉਹ ਜਦੋਂ ਜੀਵ ਭਰਮ ਦਾ ਗੁਰੂ ਸਾਹਿਬ ਦੀ ਸ਼ਰਨੀ ਆਉਂਦਾ ਨਾ, ਤੇ ਇੱਥੇ ਆ ਕੇ ਉਹਨੂੰ ਸਮਝ ਆਉਂਦੀ ਆ ਵੀ ਗੁਰੂ ਸਾਹਿਬ ਮੇਰੀ ਬੱਸ ਹੋ ਗਈ ਆ, ਮੈਂ ਥੱਕ ਗਿਆ ਵਾਂ। ਤੇ ਗੁਰੂ ਸਾਹਿਬ ਕਹਿੰਦੇ ਵੀ ਹੁਣ ਜੇ ਤੁਰਨਾ ਹੈ ਨਾ ਤੇ ਸਮਝ ਕੇ ਤੁਰ। ਕੀ ਕਰਨਾ? ਗੁਰੂ ਸਾਹਿਬ ਕਹਿੰਦੇ ਸ਼ਬਦ ਦੇ ਵਿੱਚ ਜੀਵ ਆਤਮਾ ਗੁਰੂ ਸਾਹਿਬ ਨੂੰ ਕਹਿੰਦੀ ਆ ਪਹਿਲੀ ਰਹਾਉ ਦੀ ਪੰਕਤੀ ਚ, ਕਿਨ ਬਿਦ ਹੀਰੋ ਧੀਰੇ ਨਿਮਾਣੋ, ਮਿਲ ਸਾਜਨ ਹੁਣ ਤੁਝ ਕੁਰਬਾਨੋ। ਗੁਰੂ ਸਾਹਿਬ ਜੀ ਕਿਹੜੀ ਵਿਧੀ ਆ ਜਿਹਦੇ ਨਾਲ ਮੈਂ ਤੇਰਾ ਧੀਰਜ ਲਵਾਂ? ਧੀਰਜ ਆਸਰਾ ਵੀ ਆ, ਧੀਰਜ ਧਰਮ ਵੀ ਆ, ਧੀਰਜ ਬਹੁਤ ਵੱਡਾ ਗੁਣ ਵੀ ਆ। ਹੁਣ ਧੀਰਜ ਗੁਰੂ ਸਾਹਿਬ ਕਹਿੰਦੇ ਇੱਕ ਪਾਸੇ ਚੰਚਲਤਾ ਵਾ, ਉਹਨੇ ਚੰਚਲਤਾ ਨੇ ਮਨ ਨੂੰ ਚੰਚਲ ਕੀਤਾ ਪਿਆ। ਇੱਕ ਪਾਸੇ ਧੀਰਜ ਆ,
ਤੇ ਧੀਰਜ ਦੇ ਵਿੱਚ, ਜਦੋਂ ਧੀਰਜ ਦੇ ਵਿੱਚ ਆਪਾਂ ਆਉਂਦੇ ਆ ਤੇ ਗੁਰੂ ਸਾਹਿਬ ਸਹਿਜ ਦੇ ਘਰ ਆਪਾਂ ਨੂੰ ਲੈ ਜਾਂਦੇ ਆ। ਸਹਿਜ ਘਰ ਸੱਚਖੰਡ ਦਾ ਘਰ ਆ। ਇੱਕ ਪਾਸੇ ਚੰਚਲਤਾ ਏ, ਉਹ ਮਾਇਆ ਦੇ ਵਿੱਚ ਭਟਕੀ ਜਾਂਦਾ, ਭਟਕਣਾ ਹੀ ਭਟਕਣਾ। ਇੱਕ ਪਾਸੇ ਸਟਾਰਟਿੰਗ ਗੁਰੂ ਸਾਹਿਬ ਕਹਿੰਦੇ ਆਸਰਾ ਲੈ, ਆਸਰਾ ਗੁਰੂ ਸਾਹਿਬ ਕਹਿੰਦੇ ਧੀਰਜ ਜਿਹੜਾ ਹੈ ਨਾ, ਆਪਾਂ ਗੁਰੂ ਸਾਹਿਬ ਦੇ ਅੱਗੇ ਮੰਗਦੇ ਆ, ਸ਼ਰਨ ਮੰਗਦੇ ਆ, ਕੰਫਰਟ ਮਿਲ ਜਾਂਦਾ। ਧੀਰਜ ਇੱਕ ਕੰਫਰਟ ਆ। ਗੁਰੂ ਸਾਹਿਬ ਉਹਨੂੰ ਧੀਰਜ ਬਖਸ਼ਦੇ ਆ, ਧਰਵਾਸਾ ਦਿੰਦੇ ਆ। ਕਿੱਦਾਂ? ਨਾਮ ਦੀ ਦਾਤ ਦਿੰਦੇ ਆ। ਨਾਮ ਦੀ ਦਾਤ ਦੇ ਕੇ ਉਹਨੂੰ ਜੀਵ ਨੂੰ ਸਾਰੀ ਸੋਝੀ ਬਖਸ਼ਦੇ ਆ। ਇਹ ਵੀ ਦੱਸਦੇ ਆ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ, ਤੇਰੀ ਮਾਤਾ ਸਾਹਿਬ ਕੌਰ ਆ। ਸਾਰਾ ਪਰਿਵਾਰ ਬਖਸ਼ਦੇ ਆ। ਜੋ ਗੁਰੂ ਸਾਹਿਬ ਦਾ ਪਰਿਵਾਰ ਆ, ਉਹ ਸਾਰਾ ਪਰਿਵਾਰ ਗੁਰੂ ਸਾਹਿਬ ਉਸ ਜਗਿਆਸੂ ਨੂੰ ਬਖਸ਼ ਦਿੰਦੇ ਆ। ਸਾਰਾ ਐਡ ਕਰ ਲੈਂਦੇ, ਉਹਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਾਉਂਦੇ ਆ। ਜੀਵ ਹੈ ਵੀ ਉਹਦਾ ਹਿੱਸਾ ਹੀ ਸੀ, ਪਰ ਉਹ ਭਟਕਣ ਦੇ ਵਿੱਚ ਮਾਇਆ ਦੇ ਚੱਕਰ ਚ ਆ ਕੇ ਭੁੱਲ ਗਿਆ ਕਿ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ। ਉਹ ਸਾਰੀ ਉਹ ਖੇਡ ਭੁੱਲ ਗਿਆ। ਭਰਮ ਪੈ ਗਏ ਉਹਨੂੰ, ਕਾਫੀ ਭਰਮ ਪਾਈ ਗਏ, ਪ੍ਰੇਮ ਫਿੱਕਾ ਹੁੰਦਾ ਗਿਆ। ਹੁਣ ਗੁਰੂ ਸਾਹਿਬ ਕਹਿੰਦੇ ਪ੍ਰੇਮ ਨਾਲ ਹੀ ਦੁਬਾਰਾ ਪ੍ਰੇਮ ਹੀ ਜਦੋਂ ਪਾਏਗਾ ਨਾ, ਤੇ ਫਿਰ ਪ੍ਰੇਮ ਦੇ ਨਾਲ ਹੀ ਤੇਰੇ ਭਰਮ ਜਿਹੜਾ ਦੂਰ ਹੋਣਾ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤੋ ਭਰਮ ਕਾਟਿਆ ਜਾਏ। ਜਦੋਂ ਹਿਰਦੇ ਦੇ ਉੱਤੇ ਜਦੋਂ ਤੀਰ ਵੱਜੇ ਆਣ ਕੇ ਪ੍ਰੇਮ ਦੇ, ਭਗਤ ਕਬੀਰ ਜੀ ਨੇ ਪ੍ਰੇਮ ਦਾ ਇੱਕ ਥਾਂ ਦੇ ਦਿੱਤਾ ਵਾ ਐਗਜ਼ਾਮਪਲ। ਕਹਿੰਦੇ ਪ੍ਰੇਮ ਕਲੀਤਾ, ਉਹ ਜਦੋਂ ਗੋਲਾ ਬਣਾ ਲਿਆ ਨਾ ਪ੍ਰੇਮ ਦਾ, ਤੇ ਉਹ ਜਦੋਂ ਮਾਰਿਆ ਮਨ ਤੇ ਫਿਰ ਕਹਿੰਦੇ ਤੂੰ ਇਹ ਸਾਰੀ ਖੇਡ ਨੂੰ ਜਿੱਤ ਲਏਗਾ। ਇੱਕ ਪਾਸੇ ਮੋਹ ਆ, ਇੱਕ ਪਾਸੇ ਪ੍ਰੇਮ ਆ। ਮੋਹ ਜਿਹੜਾ ਉਹ ਧਰਤੀ ਦੇ ਆਪਾਂ ਕਈ ਚੀਜ਼ਾਂ ਨਾਲ ਪਾਈ ਬੈਠੇ ਆ। ਇੱਕ ਪਾਸੇ ਪ੍ਰੇਮ ਆ ਜਿਹੜਾ ਗੁਰੂ ਸਾਹਿਬ ਦੇ ਨਾਲ ਆ। ਇੱਕ ਸੰਗਤ ਵਿੱਚ ਇਹ ਸਾਰਾ ਕੁਝ ਮੈਂ ਪ੍ਰਾਪਤ ਕੀਤਾ। ਆਪਾਂ ਸਾਰੇ ਇੱਕ ਹੀ ਆ, ਤੇ ਸੰਗਤ ਚ ਹੀ ਪ੍ਰਾਪਤ ਕਰਕੇ ਸੰਗਤ ਅੱਗੇ ਹੀ ਰੱਖੀਦਾ, ਤੇ ਗੁਰੂ ਸਾਹਿਬ ਇਸੇ ਚ ਹੀ ਖੁਸ਼ ਹੁੰਦੇ ਆ। ਹੁਣ ਜਿਹੜਾ ਮੋਹ ਆ, ਗੁਰੂ ਸਾਹਿਬ ਕਹਿੰਦੇ ਜੇ ਤੂੰ ਮੋਹ ਦੂਰ ਕਰ ਲਵੇਂ, ਤੇਰੇ ਬਾਕੀ ਦੇ ਵਿਕਾਰ ਵੀ ਜਿਹੜੇ ਆ ਨਾ, ਮੋਹ ਮਾਇਆ ਦਾ ਮੋਹ, ਜੇ ਮਾਇਆ ਦਾ ਮੋਹ ਤੂੰ ਛੱਡ ਦਵੇਂ, ਕਿੱਦਾਂ ਛੱਡਣਾ? ਗੁਰੂ ਸਾਹਿਬ ਕਹਿੰਦੇ ਨਾਮ ਦੇ ਨਾਲ। ਨਾਮ ਹੀ ਤੈਨੂੰ ਜਿਤਾਊਗਾ। ਜੇ ਮਾਇਆ ਦਾ ਮੋਹ ਤੂੰ ਛੱਡ ਦਵੇਂ, ਨਾਮ ਨਾਲ ਪ੍ਰੇਮ ਪਾ ਲਵੇਂ, ਤੇਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰੇ ਨਾਸ ਹੋ ਜਾਣਗੇ, ਇਹ ਘਟ ਜਾਣਗੇ। ਇਹ ਹੌਲੀ ਹੌਲੀ ਘਟਦੇ ਬਿਲਕੁਲ ਜਿੰਨੀ ਕੁ ਲੋੜ ਆ, ਜੋ ਇਹਨਾਂ ਦੀ ਸਹੀ ਵਰਤੋਂ ਆ, ਮਰਿਆਦਾ ਹੈ, ਉਹ ਮਰਿਆਦਾ ਦੇ ਘਰ ਚ ਆ ਜਾਏਗਾ। ਹੁਣ ਗੁਰੂ ਸਾਹਿਬ ਜੀਵ ਇਸਤਰੀ ਗੁਰੂ ਸਾਹਿਬ ਨੂੰ ਕਹਿੰਦੀ ਹੈ ਮਿਲ ਸਾਜਨ। ਗੁਰੂ ਸਾਹਿਬ ਜੀ ਤੁਸੀਂ ਸਾਨੂੰ ਮਿਲ ਪੋ, ਹੋ ਤੁਝ ਕੁਰਬਾਨੋ, ਮੈਂ ਤੇਰੇ ਤੋਂ ਕੁਰਬਾਨ ਜਾਨਾ ਵਾ, ਤੂੰ ਮੈਨੂੰ ਮਿਲ, ਦਰਸ਼ਨ ਬਖਸ਼, ਆਪਣਾ ਨਾਮ ਦੀ ਦਾਤ ਬਖਸ਼। ਹੁਣ ਜੀਵ ਥੱਕਿਆ ਆਊਗਾ, ਮਾਇਆ ਤੋਂ ਪਰਾਮ ਹੋਊਗਾ, ਵਿਰਾਗੀ ਹੋਊਗਾ ਮਾਇਆ ਤੋਂ। ਉਹ ਖੁਆਰੀਆਂ ਜਿਹੜੀਆਂ ਹੁੰਦੀਆਂ ਨਿੱਤ ਹੁੰਦੀਆਂ, ਜੇ ਉਹਨਾਂ ਨੂੰ ਸਮਝੂਗਾ ਤੇ ਗੁਰੂ ਸਾਹਿਬ ਅੱਗੇ ਤਰਲਾ ਪਾਊਗਾ। ਹੁਣ ਤਰਲਾ ਪੈ ਗਿਆ। ਹੁਣ ਇਹਨੂੰ ਗੁਰੂ ਸਾਹਿਬ ਕਹਿੰਦੇ ਉਹਦੇ ਹਿਰਦੇ ਚ ਨਾ ਹੁਣ ਦੂਜੇ ਪਾਸੇ ਸਿੱਖੀ ਸ਼ੁਰੂ ਹੋ ਗਈ। ਉਹਨੂੰ ਕਿ ਉਹ ਹਿਓ ਮਿਲਨ ਪ੍ਰਭ ਤਾਈ। ਹਿਰਦਾ ਜਿਹੜਾ ਹੈ ਨਾ, ਉਹ ਗੁਰੂ ਸਾਹਿਬ ਕਹਿੰਦੇ ਉਹਦਾ ਜਿਹੜਾ ਹਿਰਦਾ ਹੈ ਉਹ ਪੂਰਾ ਖੁਸ਼ੀ ਨਾਲ ਭਰ ਉੱਠਿਆ। ਕਾਹਦੇ ਨਾਲ ਖੁਸ਼ੀ ਨਾਲ ਭਰ ਉੱਠਿਆ? ਵੀ ਮੈਂ ਆਪਣੇ ਪ੍ਰੀਤਮ ਨੂੰ ਮਿਲਾਂ। ਕਿਉਂ? ਕਿਉਂਕਿ ਮਿਲਣਾ ਪੈਣਾ ਹੀ ਆ। ਵਿਛੋੜਾ ਇੱਕ ਬਹੁਤ ਵੱਡਾ ਦੁੱਖ ਆ। ਜਿੰਨੇ ਮਰਜੀ ਗੁਰੂ ਸਾਹਿਬ ਕਹਿੰਦੇ ਜਨਮ ਲਾ ਲਾ ਤੂੰ, ਜਿੰਨਾ ਚਿਰ ਤੱਕ ਵਿਛੋੜਾ ਨਹੀਂ ਨਾ ਦੂਰ ਕਰਦਾ, ਉਹਨਾਂ ਚਿਰ ਤੱਕ ਤੈਨੂੰ ਟਿਕਾ ਨਹੀਂ। ਤੈਨੂੰ ਮਿਲਾਪ ਚ ਹੀ ਤੇਰੀ ਆ ਕੇ ਐਂਡ ਮਿਲਾਪ ਹੀ ਆ ਤੇਰਾ, ਮਿਲਾਪ ਹੀ ਫਲ ਤੈਨੂੰ ਪ੍ਰਾਪਤ ਕਰਨਾ ਹੀ ਪੈਣਾ। ਕਿਉਂਕਿ ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟਿਓ ਕੋਈ, ਮੇਰਾ ਦੁੱਖ ਕਾਟੇ ਕੋਈ। ਹੁਣ ਜਿੰਨੇ ਮਰਜੀ ਗੁਰੂ ਸਾਹਿਬ ਕਹਿੰਦੇ ਹੋਰ ਤੂੰ ਮਿੱਤਰ ਬਣਾ ਲਾ, ਜਿੱਥੇ ਮਰਜੀ ਚਲੇ ਜਾ, ਜਿਹੜੇ ਮਰਜੀ ਦੇਵੀ ਦੇਵਤੇ ਕੋ ਚਲੇ ਜਾ, ਜਿਹੜੇ ਮਰਜੀ ਬਾਬਿਆਂ ਦੇ ਪਿੱਛੇ ਲੱਗ ਜਾ, ਡੇਰਿਆਂ 'ਚ ਚਲੇ ਜਾ, ਕਿਤੇ ਚਲੇ ਜਾ, ਜੋ ਗੁਰੂ ਸਾਹਿਬ ਤੋਂ ਟੁੱਟ ਕੇ ਹੋਰ ਕਿਤੇ ਵੀ ਚਲੇ ਜਾ, ਤੇਰਾ ਦੁੱਖ ਨਹੀਂ ਘਟੀਚਣਾ। ਗੁਰੂ ਸਾਹਿਬ ਕਹਿੰਦੇ ਦੁੱਖ ਕਿਵੇਂ ਘਟੀਚੂਗਾ? ਮਿਲ ਪ੍ਰੀਤਮ ਦੁੱਖ ਕਟਿਆ।
ਸ਼ਬਦ ਮਿਲਾਵਾ ਹੋਏ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੱਕ ਤੂੰ ਆਪਣਾ ਪ੍ਰੀਤਮ ਨਹੀਂ ਨਾ ਪਛਾਣਦਾ, ਆਪਣੇ ਅਸਲੀ ਪਤੀ ਨੂੰ ਨਹੀਂ ਪਛਾਣਦਾ, ਉਹਨਾਂ ਚਿਰ ਤੱਕ ਤੇਰਾ ਦੁੱਖ ਨਹੀਂ ਕੱਟਿਆ ਜਾਣਾ। ਤੇ ਦੁੱਖ ਸ਼ਬਦ ਦੇ ਨਾਲ ਹੀ ਕੱਟਿਆ ਜਾਣਾ। ਸ਼ਬਦ ਦੀ ਦਾਤ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਸਾਹਿਬ ਕਹਿੰਦੇ ਭਗਤੀ ਕਰੇਗਾ। ਦੋ ਚੀਜ਼ਾਂ ਏ, ਇੱਕ ਨਾਮ ਅੰਦਰੋਂ ਸੁਣਨਾ ਤੇ ਇੱਕ ਅੰਮ੍ਰਿਤ ਅੰਦਰੋਂ ਕੱਢਣਾ। ਜਿਹੜਾ ਵੀ ਗੁਰਸਿੱਖ ਇਹ ਦੋ ਕੰਮ ਕਰਦਾ ਏ, ਉਹ ਦਿਨ ਪ੍ਰਤੀ ਦਿਨ ਆਪਣੇ ਸੱਚਖੰਡ ਵੱਲ ਉਹਦੇ ਪੈਰ ਚੱਲ ਰਹੇ ਆ। ਉਹਨੇ ਇੱਕ ਦਿਨ ਪਹੁੰਚ ਜਾਣਾ, ਗੁਰੂ ਸਾਹਿਬ ਨੇ ਉਹਨੂੰ ਲੈ ਕੇ ਹੀ ਜਾਣਾ। ਜਦੋਂ ਆਪਾਂ ਖੜ ਜਾਂਦੇ ਆ, ਖੜਦੀ ਕਲਾ ਹੋ ਜਾਂਦੀ ਆ। ਜਦੋਂ ਆਪਾਂ ਤੁਰਦੇ ਆ, ਆਪਣੀ ਚੜ੍ਹਦੀ ਕਲਾ ਹੋ ਜਾਂਦੀ ਆ। ਹੁਣ ਇਹ ਸਫ਼ਰ, ਇਹ ਸਾਰੀ ਖੇਡ ਗੁਰੂ ਸਾਹਿਬ ਨੇ ਸਮਝਾਈ ਹੋਈ ਆ ਵੀ ਅੱਗੇ ਤੁਰੋ ਭਾਈ। ਕੱਲ ਵੀ ਗੁਰੂ ਸਾਹਿਬ ਨੇ ਹੁਕਮਨਾਮਾ ਦਿੱਤਾ ਸੀਗਾ। ਕੱਲ ਵੀ ਗੁਰੂ ਸਾਹਿਬ ਕਹਿੰਦੇ ਸੀ ਨਾ, ਬਿਨ ਭਗਤੀ ਘਰ ਵਾਸ ਨਾ ਪਾਵੇ। ਭਗਤੀ ਤੋਂ ਬਿਨਾਂ ਘਰ ਵਿੱਚ ਵਾਸਾ ਨਹੀਂ ਮਿਲਣਾ। ਉਹ ਆਪਾਂ ਨੂੰ ਗੁਰੂ ਸਾਹਿਬ ਨੇ ਸੰਬੋਧਨ ਕਰਕੇ ਕੀਤਾ ਵੀ ਭਾਈ ਸੁਚੇਤ ਹੋ ਜਾਓ, ਭਗਤੀ ਕਰੋ। ਸੁਣਤ ਸੰਦੇਸਰੋ ਗ੍ਰਹਿ ਸੇਜ ਵਿਛਾਈ। ਹੁਣ ਜੀਵ ਇਸਤਰੀ ਨੂੰ ਸੁਨੇਹਾ ਮਿਲਿਆ ਵੀ ਪਰਮਾਤਮਾ ਨੂੰ ਜੇ ਤੂੰ ਮਿਲੇਂਗੀ ਨਾ ਤੇ ਆਨੰਦ ਹੀ ਹੋ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ ਉਹ ਜੀਵ ਇਸਤਰੀ ਨੇ ਕੀ ਕੀਤਾ? ਗ੍ਰਹਿ ਸੇਜ ਵਿਛਾਈ। ਆ ਸਰੀਰ ਜਿਹੜਾ, ਇਹਦੇ ਤੇ ਉਹਨੇ ਸੇਜ ਵਿਛਾ ਲਈ ਅੰਦਰ ਮਨ ਚ। ਪਰ ਜਿੰਨਾ ਚਿਰ ਤੱਕ ਨਾਮ ਦੀ ਦਾਤ ਨਹੀਂ ਲਈ, ਸੰਗਤ ਦੀ ਵੈਲਿਊ ਨਹੀਂ ਸਮਝੀ, ਉਹਨਾਂ ਚਿਰ ਤੱਕ ਕੀ ਹੋਊਗਾ? ਭ੍ਰਮ ਭ੍ਰਮ ਆਇਓ ਤਾਂ ਨਦਰ ਨਾ ਪਾਈ। ਉਹਨਾਂ ਚਿਰ ਤੱਕ ਭਟਕੀ ਜਾਂਦਾ। ਗੁਰੂ ਸਾਹਿਬ ਕਹਿੰਦੇ ਨਦਰ ਨਹੀਂ ਉਹਨੂੰ ਪ੍ਰਾਪਤ ਹੋਈ। ਹੁਣ ਨਦਰ ਗੁਰੂ ਸਾਹਿਬ ਕਹਿੰਦੇ ਨਦਰ ਕਰੇ ਤਾਂ ਸਤਿਗੁਰ ਮਿਲਦੇ ਆ ਜੇ ਨਦਰ ਹੋ ਜੇ। ਹੁਣ ਇਹ ਨਦਰ ਲੈਣੀ ਕਿੱਦਾਂ ਹੈ? ਨਦਰ ਗੁਰੂ ਸਾਹਿਬ ਇੱਥੇ ਹੁਣ ਅਗਲੀ ਪੰਕਤੀ ਫਿਰ ਉਹੀ ਆ ਗਈ, ਕਿਨ ਬਿਦ ਹੀਰੋ ਧੀਰੇ ਨਿਮਾਣੋ। ਮਿਲ ਸਾਜਣ, ਵੀ ਗੁਰੂ ਸਾਹਿਬ ਅੱਗੇ ਆਪਾਂ ਤਰਲਾ ਪਾਈਏ ਵੀ ਗੁਰੂ ਸਾਹਿਬ ਸਾਨੂੰ ਰਾਹ ਵਿਖਾਓ, ਮਿਲ ਸਾਜਣ ਹਾਂ ਤੁਝ ਕੁਰਬਾਨੋ। ਹੁਣ ਜਦੋਂ ਜੀਵ ਇਸਤਰੀ ਸਮਝ ਗਈ ਨਾ ਵੀ ਮੈਂ ਭਟਕੀ ਜਾਂਦੀ ਆ ਤੇ ਮੈਨੂੰ ਤਰੱਕੀ ਨਹੀਂ ਹੋ ਰਹੀ ਅੰਦਰ, ਹੁਣ ਗੁਰੂ ਸਾਹਿਬ ਨੇ ਉਹਦਾ ਤਰਲਾ ਸੁਣਿਆ। ਉਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਪਹਿਲਾਂ ਤਾਂ ਇਹ ਦੇਖ ਵੀ ਤੇਰੇ ਅੰਦਰ ਤਰੱਕੀ ਹੋਈ ਕਿਉਂ ਨਹੀਂ। ਤੂੰ ਕਰਕੇ ਵੇਖਿਆ ਸਭ ਕੁਛ ਹੈ ਨਾ, ਕਦੇ ਕਿਸੇ ਮਗਰ ਲੱਗਾ, ਕਦੇ ਕਿਸੇ ਮਗਰ ਲੱਗਾ। ਹੁਣ ਗੁਰੂ ਸਾਹਿਬ ਕਹਿੰਦੇ ਜਿਹਨੂੰ ਤੂੰ ਪ੍ਰਾਪਤ ਕਰਨਾ ਹੈ ਨਾ, ਉਹ ਤੇਰੇ ਅੰਦਰ ਹੀ ਆ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਦ ਜਗੰਤਾ। ਗੁਰੂ ਸਾਹਿਬ ਕਹਿੰਦੇ ਜਿਹਨੂੰ ਤੂੰ ਪ੍ਰਾਪਤ ਕਰਨ ਲੱਗਾ ਹੈ ਨਾ, ਧਨ ਤੇ ਪਿਰ, ਗੁਰੂ ਸਾਹਿਬ ਕਹਿੰਦੇ ਧਨ ਤੂੰ ਵੀ ਅੰਦਰ ਹੀ ਆ, ਤੂੰ ਵੀ ਜੀਵ ਅੰਦਰ ਵਸਦਾ। ਇਹ ਸਰੀਰ ਇੱਕ ਮਿੱਟੀ ਦਾ ਪੁਤਲਾ ਹੈ, ਤੂੰ ਅੰਦਰ ਆ ਅਸਲੀ ਸਰੀਰ। ਧਨ ਵੀ ਅੰਦਰ ਆ, ਪਿਰ ਵੀ ਅੰਦਰ ਆ। ਗੁਰੂ ਸਾਹਿਬ ਕਹਿੰਦੇ ਇੱਕੋ ਸੇਜ ਤੇ ਪਤੀ ਪਤਨੀ ਬੈਠੇ ਆ, ਇੱਕੋ ਸੇਜ ਵਿਛਾਈ ਆ। ਇੱਕ ਐਗਜ਼ਾਮਪਲ ਵੀ ਲਾਈਕ ਇੱਕ ਬੈੱਡ ਆ, ਉਹ ਬੈੱਡ ਦੇ ਉੱਤੇ ਪਤੀ ਵੀ ਬੈਠਾ ਹੈ, ਪਤਨੀ ਵੀ ਬੈਠੀ ਆ। ਧਨ ਸੂਤੀ, ਪਤਨੀ ਜਿਹੜੀ ਸੁੱਤੀ ਪਈ ਆ, ਪਿਰ ਸਦ ਜਗੰਤਾ, ਪਰ ਪਾਤਸ਼ਾਹ ਸਦਾ ਹੀ ਜਾਗਦੇ ਪਏ ਆ। ਹੁਣ ਕਿੱਦਾਂ ਮਿਲਾਪ ਹੋਵੇ? ਇੱਕ ਜਣਾ ਸੁੱਤਾ ਪਿਆ ਏ ਬੌਲਾ ਹੋ ਕੇ, ਦੂਜਾ ਜਣਾ ਜਾਗਦਾ ਪਿਆ ਏ, ਨਹੀਂ ਮਿਲਾਪ ਹੋ ਸਕਦਾ। ਇਹ ਗੁਰੂ ਸਾਹਿਬ ਕਹਿੰਦੇ ਵੀ ਜਿਹੜੀ ਤੂੰ ਗ੍ਰਹਿ ਸੇਜ ਵਿਛਾਈ ਨਾ, ਅੰਦਰ ਖੇਡ ਨੂੰ ਸਮਝ ਵੀ ਤੂੰ ਸੁੱਤਾ ਪਿਆ ਏ। ਸੁੱਤਾ ਕਾਹਦੇ ਨਾਲ ਪਿਆ ਏ? ਪੀਓ ਮਧਰੋ ਧਨ ਮਤਵੰਤਾ। ਵੀ ਜਿਹੜੀ ਜੀਵ ਇਸਤਰੀ ਹੈ ਨਾ, ਉਹ ਮਧਰਾ ਪੀ ਕੇ, ਸ਼ਰਾਬ ਪੀ ਕੇ, ਮਾਇਆ ਦੀ ਸ਼ਰਾਬ, ਜਿਹੜੀ ਮਾਇਆ ਦੇ ਮੋਹ ਦੀ ਸ਼ਰਾਬ, ਜਿਹੜੀ ਐਸੀ ਸ਼ਰਾਬ ਆ ਜਿਹੜੀ ਉਹ ਮਾਇਆ ਜੀਵ ਨੂੰ ਪਿਆਉਂਦੀ ਆ। ਕੋਈ ਨਹੀਂ ਬਖਸ਼ਦੀ, ਨਾ ਬੱਚੇ ਬਖਸ਼ਦੀ ਆ, ਨਾ ਜਵਾਨ ਬਖਸ਼ਦੀ ਆ, ਨਾ ਬੁੱਢੇ ਬਖਸ਼ਦੀ ਆ। ਸਾਰਿਆਂ ਨੂੰ ਉਹਨੇ ਭਟਕਾਇਆ ਪਿਆ ਵਾ, ਸਾਰਿਆਂ ਨੂੰ ਸ਼ਰਾਬ ਦੇ ਕੇ ਮਸਤ ਕੀਤਾ ਪਿਆ ਵਾ। ਗੁਰੂ ਸਾਹਿਬ ਕਹਿੰਦੇ ਪੀਓ ਮਧਰਾ ਧਨ ਮਤਵੰਤਾ। ਧਨ ਜਿਹੜੀ ਉਹ ਮਤਵੰਤ ਹੋ ਕੇ ਸੁੱਤੀ ਪਈ ਆ, ਉਹਦੇ ਸੌਣ ਦਾ ਇਹੀ ਕਾਰਨ ਆ ਵੀ ਉਹ
ਮਧੁਰਾ ਪੀ ਕੇ ਸੁੱਤੀ ਪਈ ਆ। ਹੁਣ ਗੁਰੂ ਸਾਹਿਬ ਕਹਿੰਦੇ ਪਰ ਫਿਰ ਵੀ ਉਹਦਾ ਹੱਲ ਹੈਗਾ ਵਾ। ਹੱਲ ਇਹ ਆ, ਗੁਰੂ ਸਾਹਿਬ ਕਹਿੰਦੇ ਧਨ ਜਾਗੇ, ਵੀ ਧਨ ਜਾਗ ਸਕਦੀ ਆ, ਇਸਤਰੀ ਜਾਗ ਸਕਦੀ ਆ ਜੇ ਪਿਰ ਬਲੰਤਾ, ਜੇ ਪਾਤਸ਼ਾਹ ਉਹਨੂੰ ਜਗਾਉਣ, ਜੇ ਬੁਲਾਉਣ। ਹੁਣ ਇਹ ਤਾਂ ਹੈ ਨਹੀਂ ਕਿ ਵੀ ਜਿਹੜੀ ਜੀਵ ਆ ਉਹ ਮਾਇਆ ਦੀ ਸ਼ਰਾਬ ਪੀ ਕੇ ਸੁੱਤੀ ਪਈ ਆ, ਪਰ ਉਹਨੂੰ ਸੁੱਤੇ ਪਈ ਨੂੰ ਵੀ ਦੁੱਖ ਹੁੰਦਾ ਵਾ। ਦੁੱਖ ਜਦੋਂ ਹੋਊਗਾ, ਖੁਆਰੀ ਹੋਊਗੀ, ਉਹਨੂੰ ਤੜਫਣਾ ਉੱਠੂਗੀ। ਬੇਸ਼ੱਕ ਉਹਨੂੰ ਸਮਝ ਨਹੀਂ ਆ ਰਹੀ ਚੀਜ਼ ਦੀ, ਪਰ ਜਦੋਂ ਤੜਫੂਗੀ ਉਹਨੂੰ ਆਪਣੇ ਪਤੀ ਦਾ ਸਹਾਰਾ ਲੈਣਾ ਹੀ ਪੈਣਾ। ਹੁਣ ਗੁਰੂ ਸਾਹਿਬ ਕਹਿੰਦੇ ਜੇ ਧਨ ਤੂੰ ਜਾਗ ਸਕਦੀ ਆ, ਜੇ ਪਿਰ ਬਲੰਤਾ, ਬਹੁਤ ਦਿਨ ਹੋ ਗਿਆ ਤੈਨੂੰ ਭਈ ਨਿਰਾਸੀ, ਨਿਰਾਸ਼ ਹੋ ਕੇ ਪਈ ਹੋਈ ਆ, ਬੜੇ ਦਿਨ ਹੋ ਗਿਆ ਭਈ ਨਿਰਾਸੀ, ਬਹੁਤ ਦਿਨ ਲੱਗ ਗਏ। ਕਿੰਨੇ ਸਰੀਰ ਤੂੰ ਧਾਰ ਲਏ, ਕਿੰਨੇ ਦਿਨ ਤੈਨੂੰ, ਕਿੰਨੀ ਉਮਰ ਹੋ ਗਈ ਜੀਵ ਇਸਤਰੀ ਤੇਰੀ। ਕੋਈ ਆਪਾਂ ਨੂੰ ਪੁੱਛਦਾ ਤੇਰੀ ਉਮਰ ਕਿੰਨੀ ਆ, 15 ਸਾਲ ਨਹੀਂ, 15 ਸਾਲ ਨਹੀਂ। ਉਹ ਜੀਵ ਅੰਦਰ ਰੂਹ ਦੀ ਉਮਰ ਬਹੁਤ ਸੂਖਸ਼ਮ, ਜਦੋਂ ਦੀ ਵਿਛੜੀ ਆ ਨਾ, ਉਦੋਂ ਦੀ ਉਹਦੀ ਉਮਰ ਸ਼ੁਰੂ ਹੋਈ ਆ। ਇੰਨੇ ਦਿਨ ਲੱਗ ਗਏ, ਹਜੇ ਤੱਕ ਉਹ ਮਿਲੀ ਨਹੀਂ ਗਈ। ਹੁਣ ਗੁਰੂ ਸਾਹਿਬ ਕਹਿੰਦੇ ਭਈ ਨਿਰਾਸੀ, ਬਹੁਤ ਦਿਨ ਲੱਗ ਗਏ। ਦੇਸ ਦਸੰਤਰ ਮੈਂ ਸਗਲੇ ਝਾਗੇ, ਮੈਂ ਸਾਰੀਆਂ ਦਿਸ਼ਾਵਾਂ ਵਿੱਚ, ਸਾਰੇ ਕਿਤੇ ਦੇਸਾਂ ਵਿਦੇਸ਼ਾਂ 'ਚ ਜਾ ਕੇ ਦੇਖ ਲਿਆ, ਪਰ ਮੈਨੂੰ ਕਿਸੇ ਦਾ ਸਹਾਰਾ ਨਹੀਂ ਮਿਲਿਆ। ਕਿਸੇ ਨੇ ਮੇਰਾ ਜਿਹੜਾ ਇਹ ਦੁੱਖ ਦੂਰ ਨਹੀਂ ਕੀਤਾ। ਖਿਨ ਰਹਿਣ ਨਾ ਪਾਉ ਬਿਨ ਪਗ ਪਾਗੇ। ਪਾਤਸ਼ਾਹ ਹੁਣ ਤੁਸੀਂ ਇਹ ਸੋਝੀ ਬਖਸ਼ੀ ਆ ਕਿ ਮੈਂ ਇੱਕ ਖਿਨ ਵੀ ਹੁਣ ਰਹਿ ਨਹੀਂ ਸਕਦੀ। ਸਾਰਾ ਕੁਝ ਟਰਾਈ ਕਰਕੇ ਦੇਖ ਲਿਆ ਵਾ, ਬਿਨ ਪਗ ਪਾਗੇ। ਤੂੰ ਆਪਣੇ ਚਰਨ ਬਖਸ਼, ਮੈਂ ਉਹਨਾਂ ਤੇ ਆਪਣਾ ਸੀਸ ਰੱਖਾਂ। ਭਾਵ ਸ਼ਰਨੀ ਆ ਜਾ ਤੇਰੀ। ਤੇ ਇਹ ਇੰਨੀ ਜਦੋਂ ਸੋਝੀ ਜੀਵ ਨੂੰ ਆਈ ਨਾ ਕਿ ਸ਼ਰਨੀ ਡਿੱਗਣਾ ਪੈਣਾ ਵਾ, ਸ਼ਰਨ ਲੈਣੀ ਪੈਣੀ ਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਹੁਣ ਤੂੰ ਪੁਆਇੰਟ ਤੇ ਆਇਆ, ਹੁਣ ਤੂੰ ਸਮਝਣ ਵਾਲੇ ਪੁਆਇੰਟ ਤੇ ਆਇਆ ਕਿ ਤੈਨੂੰ ਗੁਰੂ ਵਾਲਾ ਬਣਨਾ ਹੀ ਪੈਣਾ ਵਾ। ਕਿਉਂਕਿ ਤੂੰ ਸਾਰੀਆਂ ਦਿਸ਼ਾਵਾਂ ਤੇ ਸਾਰੇ ਕਿਤੇ ਝਾਕ ਕੇ ਦੇਖ ਲਿਆ ਵਾ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛੀ। ਇਹ ਗੁਰੂ ਸਾਹਿਬ ਕਹਿੰਦੇ ਕਿ ਜੀਵ ਜਿੰਨਾ ਚਿਰ ਤੱਕ ਤੈਨੂੰ ਇਹ ਰਿਅਲਾਈਜ਼ ਨਹੀਂ ਨਾ ਹੁੰਦਾ ਵੀ ਤੂੰ ਕਰਨਾ ਕੀ ਆ, ਤੂੰ ਸੰਗਤ 'ਚ ਨਹੀਂ ਆਉਂਦਾ, ਤੂੰ ਸਮਝਦਾ ਨਹੀਂ ਗੱਲ ਨੂੰ, ਉਨਾ ਚਿਰ ਤੱਕ ਤੂੰ ਭਟਕੀ ਹੀ ਜਾਣਾ। ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ। ਜਦੋਂ ਕਿਰਪਾ ਹੁੰਦੀ ਹੈ ਨਾ, ਉਦੋਂ ਗੁਰੂ ਸਾਹਿਬ ਕਹਿੰਦੇ ਫਿਰ ਮਿਲਾਪ ਦੀ ਜਿਹੜੀ ਇਹ ਖੇਡ ਹੈ ਬਣਨੀ ਸ਼ੁਰੂ ਹੋ ਜਾਂਦੀ ਹੈ। ਉਦੋਂ ਇਹ ਖੇਡ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਣ ਦੀਆਂ ਗੱਲਾਂ। ਫਿਰ ਜੀ ਇਹ ਗੁਰਬਾਣੀ 'ਚ ਪੰਕਤੀਆਂ ਹੁੰਦੀਆਂ, ਜੀਵ ਦਾ ਕਿੱਦਾਂ ਗੁਰੂ ਸਾਹਿਬ ਦੇ ਨਾਲ ਵਿਆਹ ਹੁੰਦਾ। ਹੁਣ ਲਾਵਾਂ ਦਾ ਪਾਠ ਆਪ ਕਰਦੇ ਹਾਂ। ਲਾਵਾਂ ਵੀ ਸੂਹੀ ਰਾਗ 'ਚ ਦੱਸਿਆ ਗੁਰੂ ਸਾਹਿਬ ਨੇ ਕਿ ਪਹਿਲੀ ਲਾਮ 'ਚ ਕਿਵੇਂ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਫਿਰ ਪਾਪ ਬਾਣੀ ਬ੍ਰਹਮਾ ਧਰਮ ਦ੍ਰਿੜ ਪਾਪ ਤਜਾਇਆ ਬਲਰਾਮ ਜੀ। ਵੀ ਕਿੱਦਾਂ ਉਹ ਇੱਕ ਸਟੈਪ, 4 ਸਟੈਪਾਂ ਜਾ ਕੇ ਵੀ ਉਹ ਸਾਰੀ ਜੀਵ ਤੇਰੀ ਖੇਡ ਜਿਹੜੀ ਮਿਲਣ ਦੀ ਉਹ ਪੂਰੀ ਹੋਣੀ ਆ। ਜਿੰਨਾ ਚਿਰ ਤੱਕ ਆਪਾਂ ਉਸ ਪੁਆਇੰਟ ਤੇ ਨਹੀਂ ਨਾ ਆਉਂਦੇ ਕਿ ਆਪਣਾ ਮਿਲੇ ਬਿਨਾਂ ਗੁਜ਼ਾਰਾ ਨਹੀਂ, ਉਹਨਾਂ ਚਿਰ ਤੱਕ ਖੇਡ ਨਹੀਂ। ਜਦੋਂ ਮਿਲੇ ਬਿਨਾਂ ਗੁਜ਼ਾਰਾ ਨਹੀਂ ਇਹ ਪਤਾ ਲੱਗਦਾ ਏ, ਤੇ ਫਿਰ ਗੁਰੂ ਸਾਹਿਬ ਉਹਨੂੰ ਕੀ ਕਰਦੇ ਆ। ਗੁਰੂ ਸਾਹਿਬ ਕਹਿੰਦੇ ਆ ਭਇਓ ਕਿਰਪਾਲ ਸਤਸੰਗ ਮਿਲਾਇਆ। ਗੁਰੂ ਸਾਹਿਬ ਕਿਰਪਾ ਕਰਕੇ ਜੀਵ ਤੇ, ਕਿਰਪਾ ਕਰਕੇ, ਦਇਆ ਕਰਕੇ ਉਹਨੂੰ ਸਤਸੰਗ ਦੇ ਵਿੱਚ ਭੇਜਦੇ ਆ। ਸਤਸੰਗ ਦੇ ਵਿੱਚ ਭੇਜਦੇ ਆ। ਇੱਥੇ ਆ ਕੇ ਉਹਨੂੰ ਸੋਝੀ ਪੈਂਦੀ ਆ, ਕਿਉਂਕਿ ਇੱਥੇ ਆ ਕੇ ਮਨ ਜਾਗਦਾ ਏ। ਇੱਥੇ ਕੀਰਤਨ ਦੇ ਵਿੱਚ ਮਨ ਜਾਗਦਾ ਹੈ, ਜਿੱਦਾਂ ਹੁਣੇ ਜਾਗਿਆ ਸੀ। ਵੀ ਭਾਈ ਸਾਹਿਬ ਨੇ ਕਿਹਾ ਨਾ ਵੀ ਹੋਰ ਮੇਰੇ ਨਾਲ ਕੁਛ ਨਹੀਂ ਜਾਣਾ, ਇੱਕ ਸਿਰਫ ਨਾਮ ਹੀ ਬਖਸ਼। ਜਦੋਂ ਜੀਵ ਇਸ ਘਰ ਵਿੱਚ ਆ ਕੇ ਗੁਰੂ ਸਾਹਿਬ ਦੀ ਸਿੱਖੀ ਦੇਖਦਾ ਵਾ, ਗੁਰੂ ਸਾਹਿਬ ਦੀ ਸੰਗਤ ਕਰਦਾ ਵਾ, ਤੇ ਇਹ ਗੱਲਾਂ ਨੂੰ ਸਾਰਿਆਂ ਨੂੰ ਪੂਰੇ ਧਿਆਨ ਦੇ ਨਾਲ ਕੌਨਸ਼ੀਅਸ ਹੋ ਕੇ ਸੁਣਦਾ ਵਾ, ਫਿਰ ਉਹਦੀ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਆ। ਗੁਰੂ ਸਾਹਿਬ ਕਹਿੰਦੇ ਕੀ ਹੋਊਗਾ। ਫਿਰ ਗੁਰੂ ਸਾਹਿਬ ਕਹਿੰਦੇ ਤੇਰੇ ਜਿਹੜੀ ਅੰਦਰ ਜਿਹੜੀ ਅੱਗ ਲੱਗੀ ਪਈ ਸੀਗੀ ਨਾ, ਜਿਹੜੀ ਰਜੋ ਤਮੋ ਸਤੋ ਤਿੰਨਾਂ ਗੁਣਾਂ ਨੇ ਤੇਰੇ ਅੰਦਰ ਅੱਗ ਲਾਈ ਹੋਈ ਸੀ,
ਜਿਹੜੀ ਤ੍ਰਿਸ਼ਨਾ ਰਜੋ ਗੁਣ ਚ ਜਿਹੜੀ ਉਹ ਕਦੇ ਇੱਧਰ ਕਦੇ ਉੱਧਰ ਕਦੇ ਕੋਸ਼ ਮਨ ਦੇ ਅੰਦਰ ਪੂਰੀ ਨੇਰੀ ਲਿਆਂਦੀ ਪਈ ਆ। ਤਮੋ ਜਿਹੜੀ ਵਿਕਾਰਾਂ ਨੇ ਨੇਰੀ ਲਿਆਂਦੀ ਪਈ ਆ। ਫਿਰ ਜਦੋਂ ਥੋੜਾ ਜਿਹਾ ਥੱਲੇ ਡਿੱਗਦਾ ਸਤੋ ਚ ਚੱਲ ਆਹ ਕਰ ਲੈਣਾ, ਦਾਨ ਪੁੰਨ ਕਰ ਲੈਣਾ, ਲੰਗਰ ਲਾ ਲੈਂਦੇ ਆ, ਪਰ ਖੇਡ ਨੂੰ ਸਮਝੇ ਨਹੀਂ। ਉਹਨਾਂ ਚਿਰ ਤੱਕ ਗੁਰੂ ਸਾਹਿਬ ਕਹਿੰਦੇ ਇਹ ਅਗਨ ਤੇਰੀ ਬੁਝਣੀ ਨਹੀਂ। ਬੁਝਣੀ ਕਿੱਦਾਂ ਵਾ? ਇੱਥੇ ਗੁਰੂ ਸਾਹਿਬ ਦੇ ਪੂਰੇ ਉਪਦੇਸ਼ ਜਦੋਂ ਸੁਣਾਂਗੇ, ਉਹਨਾਂ ਨੂੰ ਮੰਨਾਂਗੇ, ਗੁਰਬਚਨੀ ਭੌ ਖਾਏ। ਜਦੋਂ ਬਚਨਾਂ ਦਾ ਆਪਾਂ ਭੌ ਖਾਵਾਂਗੇ, ਗੁਰੂ ਸਾਹਿਬ ਨੇ ਕਿਹਾ ਤੇ ਕਰਨਾ ਹੀ ਪੈਣਾ, ਚਾਹੇ ਅੱਜ ਕਰ ਲਈਏ ਚਾਹੇ ਬਾਅਦ ਚ ਕਰੀਏ, ਕਰਨਾ ਹੀ ਪੈਣਾ, ਨਹੀਂ ਤਾਂ ਉਹਨਾਂ ਚਿਰ ਖੁਆਰੀ ਹੋਣੀ ਆ। ਗੁਰੂ ਸਾਹਿਬ ਕਹਿੰਦੇ ਬੂਝੀ ਤਪਤ ਘਰੇ ਫਿਰ ਪਾਇਆ। ਹੁਣ ਜਦੋਂ ਜੀਵ ਇਸਤਰੀ ਨੇ ਨਾਮ ਦੀ ਦਾਤ ਲੈ ਲਈ ਨਾ, ਉਹ ਨਾਮ ਦਾ ਜਿਹੜਾ ਜਦੋਂ ਅੰਮ੍ਰਿਤ ਛਕਦੇ ਆ ਤੇ ਆਪਣੇ ਅੰਦਰ ਠੰਡ ਵਰਤ ਜਾਂਦੀ ਆ, ਅੰਦਰ ਠੰਡਾ ਹੀ ਠਾਰ ਹੋ ਜਾਂਦਾ, ਕਿਉਂਕਿ ਗੁਰੂ ਸਾਹਿਬ ਨੇ ਜੀਵ ਵਾਸਤੇ ਤਿਆਰ ਕੀਤਾ, ਜੀਵ ਇਸਤਰੀ ਨੂੰ ਨਾਮ ਦਿੱਤਾ, ਅੰਦਰ ਠੰਡ ਪੈ ਜਾਂਦੀ ਆ। ਹੁਣ ਗੁਰੂ ਸਾਹਿਬ ਕਹਿੰਦੇ ਜੀਵ ਤੂੰ ਇੱਥੋਂ ਲੈ ਕੇ ਚੱਲਿਆ ਅੰਮ੍ਰਿਤ, ਅੰਮ੍ਰਿਤ ਲੈ ਕੇ ਚੱਲਿਆ, ਇਹ ਅੰਮ੍ਰਿਤ ਨੂੰ ਕੱਢੀ, ਯਤਨ ਕਰੀ, ਕੱਢਦਾ ਰਹੀਂ। ਜੇ ਅੰਮ੍ਰਿਤ ਅੰਦਰੋਂ ਕੱਢਦਾ ਰਹੇਗਾ ਤੇ ਜਿਹੜੇ ਤੈਨੂੰ ਇਹ ਹਨੇਰੀ ਆ ਜਿਹੜੀ ਵਿਕਾਰਾਂ ਦੀ ਮਾਇਆ ਦੀ, ਇਹ ਤੈਨੂੰ ਹਨੇਰੀ ਇਹ ਤੇਰੀ ਝੁਲੂਗੀ ਨਹੀਂ, ਇਹ ਤੂੰ ਠੰਡ ਅੰਦਰ ਪਾਈ ਰੱਖੇਗਾ ਨਾਮ ਦੇ ਨਾਲ। ਜੇ ਹੁਣ ਗੁਰੂ ਸਾਹਿਬ ਕਹਿੰਦੇ ਜੇ ਨਹੀਂ ਪਾਈ ਤੇ ਉਹ ਫੇਰ ਉਹੀ ਤ੍ਰਿਸ਼ਨਾ, ਉਹੀ ਵਿਕਾਰ, ਉਹੀ ਅੱਗ। ਇੱਕ ਮੈਂ ਭਾਈ ਸਾਹਿਬ ਨੂੰ ਪੁੱਛਿਆ ਕਿ ਵੀ ਕਈ ਅੰਮ੍ਰਿਤ ਛਕ ਕੇ ਗਲਤੀਆਂ ਕਰਕੇ ਕਦੇ ਗੁਰੂ ਸਾਹਿਬ ਦੇ ਅੱਗੇ ਫਿਰ ਆਉਂਦੇ ਹੀ ਨਹੀਂ, ਹਨਾ, ਭੁੱਲ ਭਟਕ ਕੇ ਫਿਰ ਉਸੇ ਮਾਇਆ ਦੇ ਘਰ ਚ ਚਲੇ ਜਾਂਦੇ ਆ, ਤੇ ਉਹ ਅੰਮ੍ਰਿਤ ਗੁਰੂ ਸਾਹਿਬ ਉਹ ਕੀ ਨਿਬੇੜਾ ਹੋਊਗਾ? ਉਹ ਭਾਈ ਸਾਹਿਬ ਕਹਿੰਦੇ ਜਿੱਦਾਂ ਸੱਪ ਨੂੰ ਮਾਰਦੇ ਆ ਨਾ, ਮਣੀ ਕੱਢਦੇ ਉਹਦੇ ਗਲ ਚੋਂ, ਏਦਾਂ ਜਮਦੂਤਾਂ ਨੇ ਕਹਿਣਾ ਵੀ ਤੂੰ ਅੰਮ੍ਰਿਤ ਛਕ ਕੇ ਫੇਰ ਇਹੀ ਗਲਤੀਆਂ, ਫਿਰ ਉਹ ਨਹੀਂ, ਜੇ ਗੁਰੂ ਦੀ ਗੱਲ ਨੂੰ ਫੋਲੋ ਕਰਦਾ, ਉਹ ਅੰਮ੍ਰਿਤ ਉਹਨੂੰ ਤੋਂ ਵਾਪਸ ਲੈਣਾ ਵਾ। ਜਿੱਦਾਂ ਨਾਰੀਅਲ ਦੇ ਵਿੱਚੋਂ ਗਿਰੀ ਕੱਢਦੇ ਆ ਨਾ, ਏਦਾਂ ਅੰਮ੍ਰਿਤ ਵਾਪਸ ਲੈਣਾ, ਕਿਉਂਕਿ ਅੰਮ੍ਰਿਤ ਬਹੁਤ ਉੱਚੀ ਦਾਤ ਆ। ਇਹਨੂੰ ਸਮਝ ਕੇ ਗੁਰੂ ਦੀ ਸੰਗਤ ਕਰਦਿਆਂ ਇਹਦੀ ਪੂਰੀ ਮਰਿਆਦਾ ਨੂੰ ਸਮਝ ਕੇ ਫਿਰ ਅੰਮ੍ਰਿਤ ਛਕੀਏ। ਕਿਸੇ ਵੀ ਇਹੋ ਜਿਹੇ ਕੰਮ ਦੇ ਵਿੱਚ ਜੇ ਡਿਲੇ ਕਰਦੇ ਆ ਤੇ ਉਹ ਵੀ ਗਲਤ ਆ, ਕਿਉਂਕਿ ਡਿਲੇ ਕਰਦਿਆਂ ਮਾਇਆ ਨੇ ਫੇਰ ਖਿੱਚ ਲੈਣਾ। ਇਹ ਇੱਕ ਸਬੱਬ ਹੀ ਹੁੰਦਾ, ਇੱਕ ਵੇਲਾ ਹੀ ਹੁੰਦਾ ਕਿ ਆਪਾਂ ਨੂੰ ਗੁਰੂ ਸਾਹਿਬ ਲੈ ਕੇ ਆਏ ਆ, ਸੋਝੀ ਵੀ ਦੇ ਦਿੱਤੀ, ਫੇਰ ਆਪਾਂ ਹਿਰਦੇ ਤੇ ਜਿੱਥੇ ਗੁਰੂ ਸਾਹਿਬ ਨੇ ਬਹਿਣਾ ਵਾ, ਉਸ ਹਿਰਦੇ ਤੇ ਅੱਜ ਦੀ ਤਰੀਕ ਵਿੱਚ ਮਾਇਆ ਬੈਠੀ ਹੋਈ ਆ। ਅੱਜ ਦੀ ਤਰੀਕ 'ਚ ਉੱਥੇ ਮਾਇਆ ਬੈਠੀ ਆ, ਜੇ ਆਪਾਂ ਗੁਰੂ ਸਾਹਿਬ ਦੇ ਨਾਲ ਨਹੀਂ ਜੁੜੇ। ਹੁਣ ਇੱਥੇ ਜਿੰਨਾ ਚਿਰ ਆ ਉਹਨਾਂ ਚਿਰ ਹਿਰਦਾ ਸਤਸੰਗ ਕਰ ਰਿਹਾ, ਜਦੋਂ ਇੱਥੋਂ ਬਾਹਰ ਨਿਕਲੇ ਮਾਇਆ ਨੇ ਫੇਰ ਘੇਰੀ 'ਚ ਪਾ ਲੈਣਾ ਉਹਨੂੰ। ਜਦੋਂ ਆਪਾਂ ਇੱਥੇ ਡਿਲੇ ਕਰਦੇ ਆ, ਅੰਮ੍ਰਿਤ ਨੂੰ ਸਮਝ ਕੇ ਛਕਣਾ ਜ਼ਰੂਰੀ ਆ, ਸੰਗਤ ਕਰਨੀ ਜ਼ਰੂਰੀ ਆ, ਪਰ ਡਿਲੇ ਨਾ ਕਰੇ ਬੰਦਾ। ਬਹੁਤ ਜੀਵ ਦੇਖੇ ਜਿਹੜੇ ਡਿਲੇ ਕਰਦਿਆਂ 5-5 ਸਾਲ 10-10 ਸਾਲ ਫਿਰ 20-20 ਸਾਲ, ਫਿਰ ਇੱਕ ਜੀਵਨ ਦਾ ਇੱਕ ਪਲ ਜਿਹੜਾ ਪਹਿਰਾ ਹੈ ਜਵਾਨੀ ਲੰਘਾ ਦਿੰਦੇ ਆ ਬੁੱਢੇ ਹੋ ਕੇ। ਗੁਰੂ ਸਾਹਿਬ ਕਹਿੰਦੇ ਤੈਨੂੰ ਮੈਂ ਜੀਵ ਸਰੀਰ ਦਿੱਤਾ ਹੀਗਾ ਮਿਲਣ ਵਾਸਤੇ, ਯਤਨ ਕਰਨ ਲਈ, ਅੰਮ੍ਰਿਤ ਲੱਭਣ ਲਈ, ਤੂੰ ਟਾਈਮ ਵੇਸਟ ਕਰਕੇ ਹੁਣ ਚੌਥੇ ਪਹਿਰ ਚ ਆ ਕੇ ਜਵਾਨੀ ਸਾਰੀ ਲੰਘਾਤੀ, ਬੁੱਢਾ ਹੋ ਗਿਆ, ਹੁਣ ਆਇਆ, ਚੱਲ ਫਿਰ ਵੀ ਠੀਕ ਆ, ਪਰ ਤੈਨੂੰ ਇਹ ਬਹੁਤ ਮਿਹਨਤ ਕਰਨੀ ਪੈਣੀ ਆ। ਤੇ ਜੇ ਆਪਾਂ ਉਹ ਮਿਹਨਤ ਸਮੇਂ ਸਿਰ ਸਾਂਭ ਲਈਏ, ਸਮੇਂ ਸਿਰ ਆਪਣੀ ਇਹ ਅੰਦਰ ਨਾਮ ਦੀ ਜਿਹੜੀ ਖੇਤੀ ਆ ਕਰ ਲਾਂਗੇ, ਤੇ ਗੁਰੂ ਸਾਹਿਬ ਦਾ ਬਚਨ ਆ ਇੱਕ, ਲਾਦ ਖੇਪ ਸੰਤੇ ਸੰਗਚਾਲ। ਜਦੋਂ ਆਪਾਂ ਖੇਤੀ ਕਰਦੇ ਆ ਤੇ ਜਿਹੜੀ ਫਸਲ ਜਦੋਂ ਪੱਕ ਜਾਂਦੀ ਆ, ਉਹ ਸਾਰੀ ਖੇਪੀ ਆ ਜਿਹੜੀ, ਉਹ ਖੇਪ ਟਰਾਲੀ 'ਚ ਪਾਉਂਦੇ ਆ, ਆਪਾਂ ਮੰਡੀ 'ਚ ਛੱਡਦੇ, ਉਹਦੀ ਵੈਲਿਊ ਪੈਂਦੀ ਆ, ਹਨਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਜੀਵ ਟਾਈਮ ਲੰਘਾਈ ਜਾਏਗਾ ਵਿਕਾਰਾਂ 'ਚ, ਕਦੇ ਉਲਝ ਗਿਆ ਫੇਰ ਉੱਠਿਆ, ਫੇਰ ਉਲਝ ਗਿਆ, ਜਿੰਨਾ ਚਿਰ ਤੱਕ ਤੂੰ ਖੇਡ ਨੂੰ ਨਹੀਂ ਸਮਝੇਗਾ, ਇਹ ਤਰੀਕੇ ਖੇਤੀ ਜਿਹੜੀ ਆ, ਇਹ ਜਿਹੜੀ ਖੇਪ ਆ, ਇਹ ਪੂਰੇ ਸਿਰੇ ਤੇ ਨਹੀਂ ਚੜ੍ਹਨੀ। ਇਸ ਕਰਕੇ ਛੇਤੀ ਤੋਂ ਛੇਤੀ ਗੁਰੂ ਸਾਹਿਬ ਕਹਿੰਦੇ ਚਰਨੀ ਲੱਗ ਜਾਏਗਾ ਤੇ ਇਹ ਜਿਹੜਾ ਸਰੀਰ ਜਿਹੜਾ ਮਿਲਿਆ ਇਹ ਸਫਲ ਹੋ ਜਾਊਗਾ। ਹੁਣ ਜਦੋਂ ਚਰਨੀ ਲੱਗ ਗਏ, ਗੁਰੂ ਸਾਹਿਬ ਨੇ ਜਿਹੜੀ
ਪਤੀ ਪਤਨੀ ਦੇ ਪਰਥਿਆਏ ਸ਼ਬਦ ਲਿਖੇ ਨਾ, ਬਹੁਤ ਤਰ੍ਹਾਂ ਦੀ ਇਹਦੇ ਵਿੱਚ ਉਦਾਹਰਨਾਂ ਦਿੱਤੀਆਂ ਜੀਵ ਇਸਤਰੀ ਨੂੰ, ਕਿ ਸ਼ਿੰਗਾਰ ਜਿਹੜੇ ਆ ਤੂੰ ਕਿਹੜੇ ਕਰਨੇ ਆ। ਸੱਚ ਦਾ ਸ਼ਿੰਗਾਰ ਕਰਨਾ ਹੈ, ਸਹਿਜ ਦਾ ਸ਼ਿੰਗਾਰ ਕਰਨਾ ਹੈ। ਸ਼ਿੰਗਾਰ ਕਰੇਂਗੀ ਤੇ ਪਾਤਸ਼ਾਹ ਨੂੰ ਪਾਏਂਗੀ। ਸਹਿਜ ਸੰਤੋਖ ਸਿਗਾਰੀਆਂ, ਗੁਰੂ ਸਾਹਿਬ ਕਹਿੰਦੇ ਸਹਿਜ ਦਾ ਸੰਤੋਖ ਦਾ, ਇਹ ਸਾਰੇ ਗੁਣਾਂ ਦਾ ਜੇ ਤੂੰ ਸ਼ਿੰਗਾਰ ਕਰੇਂਗੀ, ਜਿਹੜੇ ਘਰ ਤੈਨੂੰ ਲੈ ਕੇ ਜਾਣਾ ਪਿਰ ਨੇ ਪਾਤਸ਼ਾਹ ਨੇ, ਉਹ ਘਰ 'ਚ ਫਿਰ ਤੂੰ ਸੋਹਣੀ ਲੱਗੇਂਗੀ ਬੈਠੀ। ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ। ਉਹ ਜਿਹੜਾ ਗੁਰੂ ਸਾਹਿਬ ਕਹਿੰਦੇ ਜਿਹੜਾ ਸਾਰਾ ਸ਼ਿੰਗਾਰ ਤੂੰ ਕੀਤਾ ਨਾ, ਇਹ ਹੁਣ ਸੋਹਣਾ ਲੱਗਣ ਲੱਗ ਗਿਆ ਤੇਰੇ ਪ੍ਰੀਤਮ ਨੂੰ, ਸੋਹਣਾ ਲੱਗਣ ਲੱਗ ਗਿਆ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ, ਸਹੀ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ। ਜਿਹੜੇ ਸਾਧ ਸੰਗਤ ਕਰਦੇ ਆ ਉਹੀ ਸੁੰਦਰ ਆ, ਕਿਉਂਕਿ ਅੰਦਰੋਂ ਜਿਹੜਾ ਜੀਵ ਸੁੰਦਰ ਹੋਊਗਾ ਨਾ, ਉਹਨੂੰ ਸਾਰੇ ਜਿਹੜੇ ਬਾਹਰ ਉਹਦੇ ਆਲੇ ਦੁਆਲੇ ਉਹ ਉਹਨੂੰ ਸੋਹਣਾ ਮੰਨਣਗੇ। ਅੰਦਰੋਂ ਜਿਹੜਾ ਸੋਹਣਾ ਹੋਊਗਾ, ਤੇ ਅੰਦਰੋਂ ਸੋਹਣਾ ਸਿਰਫ ਨਾਮ ਨਾਲ ਆ, ਕਿਉਂਕਿ ਨਾਮ ਦੇ ਪਿੱਛੇ ਹੀ ਸਾਰੇ ਗੁਣ ਪਏ ਆ। ਸਹਿਜ, ਸੰਤੋਖ, ਸੱਚ, ਧੀਰਜ, ਇਹ ਸਾਰੇ ਗੁਣ ਨਾਮ ਦੇ ਪਿੱਛੇ ਆ। ਕਹੋ ਨਾਨਕ ਗੁਰ ਭਰਮ ਚੁਕਾਇਆ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਹੜਾ ਤੇਰਾ ਇਹ ਭਰਮ, ਜਿਹੜਾ ਇਹ ਵਿਛੋੜਾ ਪਿਆ ਹੋਇਆ ਸੀ, ਜਿਹੜਾ ਤੈਨੂੰ ਭਰਮ ਭੁਲੇਖੇ ਪਏ ਹੋਏ ਸੀ ਕਿ ਪਤਾ ਨਹੀਂ ਸੱਚਖੰਡ ਕਿੱਥੇ ਆ, ਕਿ ਪਤਾ ਨਹੀਂ ਗੁਰੂ ਸਾਹਿਬ ਕਿੱਦਾਂ ਦੇ ਆ, ਦੇਖਦੇ ਆ, ਦਰਸ਼ਨ ਹੋਣਗੇ ਕਿ ਨਹੀਂ। ਗੁਰੂ ਸਾਹਿਬ ਕਹਿੰਦੇ ਸਾਰੇ ਤੇਰੇ ਜਿਹੜੇ ਆ ਨਾ, ਇਹ ਅੰਦਰ ਜਿਹੜੇ ਵਿਚਾਰ ਨੇ, ਇਹ ਸਾਰੇ ਗੁਰਮਤਿ ਅਨੁਸਾਰ ਤੇਰੇ ਕੱਲਾ ਕੱਲਾ ਵਿਚਾਰ ਜਿਹੜਾ ਗਲਤ ਤੂੰ ਪਾਈ ਬੈਠਾ ਅੰਦਰ, ਇਹ ਸਾਰੇ ਮਿਟ ਜਾਣਗੇ ਜੇ ਤੂੰ ਮਿਹਨਤ ਕਰੇਗਾ, ਜੇ ਤੂੰ ਨਾਮ ਦੇ ਨਾਲ ਜੁੜ ਕੇ ਨਾਮ ਦੀ ਜਿਹੜੀ ਕਮਾਈ ਕਰੇਗਾ, ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਤੇ ਚੱਲੇਗਾ। ਇੱਕ ਇੱਕ ਜਿਹੜਾ ਸ਼ੰਕਾ ਜਿਹੜਾ ਤੇਰੇ ਅੰਦਰ, ਸਾਰੇ ਦੇ ਸਾਰੇ ਸ਼ੰਕੇ ਨਿਵਰਤ ਹੋਣਗੇ। ਕਹੋ ਨਾਨਕ ਗੁਰ ਭਰਮ ਚੁਕਾਇਆ। ਜਦੋਂ ਜੀਵ ਨਾਮ ਜਪ ਕੇ ਅੰਦਰੋਂ ਜਦੋਂ ਉਹਨੂੰ ਅੰਮ੍ਰਿਤ ਰਸ ਆਉਣ ਲੱਗ ਗਿਆ, ਉਹਦਾ ਸ਼ੰਕਾ ਨਿਕਲ ਜਾਣਾ ਵੀ ਹਾਂ ਵਾਕਈ ਅੰਮ੍ਰਿਤ ਰਸ ਹੈਗਾ ਏ। ਮੈਂ ਯਤਨ ਨਹੀਂ ਕੀਤਾ ਕਦੇ ਤਾਂ ਨਹੀਂ ਮੈਨੂੰ ਮਿਲਿਆ, ਪਰ ਜਦ ਗੁਰੂ ਸਾਹਿਬ ਨੇ ਮੇਰੇ ਤੋਂ ਯਤਨ ਕਰਾਇਆ ਤੇ ਆ ਅੱਜ ਪ੍ਰਤੀਤ ਹੋਇਆ ਵੀ ਹਾਂ ਵਾਕਈ ਅੰਦਰ ਅੰਮ੍ਰਿਤ ਆ। ਇਹੀ ਗੁਰੂ ਸਾਹਿਬ ਨੇ ਮੈਨੂੰ ਕਿਹਾ, ਅੰਦਰੋਂ ਕੱਢ, ਅੰਦਰੋਂ ਪੀ। ਦਰਸ਼ਨ ਵੀ ਗੁਰੂ ਸਾਹਿਬ ਕਹਿੰਦੇ ਹੈਗੇ ਆ, ਤੂੰ ਯਤਨ ਕਰ, ਅੰਦਰ ਦਰਸ਼ਨ ਨਾ ਹੋਣ ਤਾਂ ਫੇਰ ਗੱਲ ਕਰ। ਨਿਸ਼ਚਾ ਜਿਹੜਾ ਹੈ ਨਾ, ਇੱਕ ਇੱਕ ਸ਼ਬਦ ਤੇ ਇੱਕ ਇੱਕ ਅੱਖਰ ਤੇ ਗੁਰੂ ਸਾਹਿਬ ਕਹਿੰਦੇ ਪੂਰਾ ਨਿਸ਼ਚਾ ਰੱਖ ਆਪਣਾ। ਕੋਈ ਇੱਕ ਪੁਆਇੰਟ ਹੋਣਾ ਚਾਹੀਦਾ ਜਿੱਥੇ ਜੀਵ ਆ ਕੇ ਆਪਣੀ ਮੱਤ ਛੱਡ ਦੇ ਤੇ ਗੁਰੂ ਸਾਹਿਬ ਦੀ ਗੱਲ ਨੂੰ ਸੁਣੇ। ਜੇ ਗੁਰੂ ਸਾਹਿਬ ਤੇ ਆਪਣਾ ਨਿਸ਼ਚਾ ਪੂਰਾ ਬਣਾ, ਫਿਰ ਸਭ ਕੁਝ ਮਿਲੂਗਾ। ਫਿਰ ਪੂਰੇ ਨੇ ਸਭ ਕੁਝ ਪੂਰਾ ਕੀਤਾ ਪਿਆ, ਉਹ ਸਾਰਾ ਕੁਝ ਗੁਰੂ ਸਾਹਿਬ ਦਿੰਦੇ ਆ, ਝੋਲੀ 'ਚ ਪਾਉਂਦੇ ਆ ਜੀਵ ਦੀ। ਜਦੋਂ ਉਹਨੇ ਇੰਨਾ ਪ੍ਰਯਤਨ ਕੀਤਾ ਜੀਵ ਇਸਤਰੀ ਨੇ, ਹੁਣ ਗੁਰੂ ਸਾਹਿਬ ਕਹਿੰਦੇ ਹੁਣ ਆ ਦੇਖ, ਜਹ ਦੇਖਾਂ ਤਹ ਫਿਰ ਹੈ ਭਾਈ। ਹੁਣ ਜਿੱਥੇ ਵੀ ਦੇਖਦਾ ਹੈ ਨਾ, ਜਿੱਥੇ ਵੀ, ਉੱਥੇ ਹੀ ਉਹਨੂੰ ਪ੍ਰੀਤਮ ਦੇਖਦਾ ਵਾ, ਕਿਉਂਕਿ ਪਹਿਲਾਂ ਅੰਦਰੋਂ ਆਪ ਦੇ ਦੇਖਣਾ ਪੈਣਾ ਵਾ, ਫੇਰ ਬਾਹਰੋਂ ਦੇਖਣਾ ਵਾ ਸਾਰਿਆਂ 'ਚ। ਘਾਟਾਂ ਜਿਹੜੀਆਂ ਨਾ ਅੰਦਰ ਆ, ਜਿਹੜੇ ਆਪਾਂ ਕਹਿ ਦਿੰਦੇ ਨਾ ਵੀ ਲਾਈਕ ਝਗੜੇ ਆ, ਕੋਈ ਮਤਭੇਦ ਆ, ਇਹ ਸਾਰੇ ਇਸ ਕਰਕੇ ਆ ਕਿਉਂਕਿ ਅੰਦਰੋਂ ਘਾਟ ਆ ਆਪਣੇ ਅੰਦਰੋਂ। ਜੇ ਆਪਾਂ ਅੰਦਰੋਂ ਗੁਰੂ ਸਾਹਿਬ ਦੇ ਨਾਮ ਦੇ ਨਾਲ, ਨਾਮ ਪੂਰਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਜਦੋਂ ਪੂਰੇ ਨਾਮ ਦੇ ਨਾਲ ਆਪਾਂ ਸਪਰਸ਼ ਹੋਵਾਂਗੇ, ਅੰਦਰੋਂ ਜੁੜਾਂਗੇ, ਤੇ ਗੁਰੂ ਸਾਹਿਬ ਕਹਿੰਦੇ ਘਾਟ ਤੇਰੀ ਪੂਰੀ ਹੋ ਜਾਣੀ ਹੈ। ਜਿਹੜੀ ਘਾਟ ਤੈਨੂੰ ਆ, ਘਾਟਾਂ ਜਦੋਂ ਅੰਦਰ ਘਾਟਾਂ ਵਾ, ਜਦੋਂ ਆਪਾਂ ਉਹ ਘਾਟ ਪੂਰੀ ਹੋ ਗਈ, ਫਿਲ ਹੋ ਗਏ ਨਾਮ ਦੇ ਨਾਲ, ਫਿਰ ਬਹੁਤ ਡਰ ਲੱਗਦਾ। ਫਿਰ ਡਰ ਲੱਗਦਾ ਵੀ ਵਸਤਾ ਹੱਥੋਂ ਨਿਕਲ ਨਾ ਜਾਏ, ਇਹਦਾ ਮੈਂ ਦਿਲ ਨਾ ਤੋੜਦਾ, ਉੱਥੇ ਮੈਂ ਆ ਨਾ ਕਹਿਦਾ। ਫਿਰ ਸਾਰੀਆਂ ਇੱਕ ਇੱਕ ਪੈਰ ਪੋਚ ਕੇ ਜੀਵ ਧਰਦਾ ਵਾ, ਕਿਉਂਕਿ ਅੰਦਰ ਉਹਨੂੰ ਡਰ ਆ ਵੀ ਹੁਣ ਦਾਤ ਮਿਲੀ ਆ ਗੁਰੂ ਸਾਹਿਬ ਦੀ, ਇਹਨੂੰ ਮੈਂ ਸੰਭਾਲ ਕੇ ਰੱਖਾਂ, ਸੰਭਲ ਕੇ ਚੱਲਾਂ। ਅੰਮ੍ਰਿਤ ਰਸ ਜਦੋਂ ਜੀਵ ਨੂੰ ਪ੍ਰਾਪਤ ਹੁੰਦਾ ਹੈ ਨਾ, ਤੇ ਗੁਰੂ ਸਾਹਿਬ ਇੰਨਾ ਪਹਿਰਾ ਬਖਸ਼ ਦਿੰਦੇ ਨਾ ਵੀ ਕੱਲੀ ਕੱਲੀ ਚੀਜ਼ ਵੱਲ ਜਦੋਂ ਦੇਖਦਾ ਨਾ ਵੀ ਆਹ ਮੈਂ ਏਦਾਂ ਨਾ ਕਰਾਂ, ਇਹਦੇ ਨਾਲ ਕਿਤੇ ਅੰਦਰੋਂ ਮੇਰਾ ਰਸ ਨਾ ਟੁੱਟ ਜੇ,
ਇੰਨਾ ਇੰਨਾ ਗੁਰੂ ਸਾਹਿਬ ਕਹਿੰਦੇ ਵੀ ਜੇ ਤੂੰ ਨਾਮ ਜਪੇਗਾ ਫਿਰ ਵੀ ਤੇਰਾ ਬਚਾਅ ਹੈ, ਕਿਉਂਕਿ ਨਾਮ ਨਾਲ ਦਾਤਾਂ ਮਿਲਦੀਆਂ, ਤੇ ਦਾਤਾਂ ਕੋਈ ਵੀ ਨਹੀਂ ਚਾਹੁੰਦਾ ਵੀ ਮੇਰੇ ਹੱਥੋਂ ਦਾਤ ਨਿਕਲ ਜੇ, ਕੋਈ ਵੀ ਨਹੀਂ ਚਾਹੁੰਦਾ। ਫਿਰ ਉੱਥੇ ਜਾ ਕੇ ਤਰੱਕੀ ਆ, ਉੱਥੇ ਜਾ ਕੇ ਮੰਜ਼ਿਲ ਪੂਰੀ ਸਟੇਬਲ ਆ, ਜਦੋਂ ਆਪਾਂ ਗੁਰੂ ਸਾਹਿਬ ਦੀਆਂ ਦਿੱਤੀਆਂ ਦਾਤਾਂ ਤੇ ਲੈ ਕੇ ਆਵਾਂਗੇ ਆਪਣੇ ਮਨ ਨੂੰ ਵੀ ਆ ਮੈਨੂੰ ਚਾਹੀਦਾ ਹੈ। ਗੁਰੂ ਸਾਹਿਬ ਜੀ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ। ਗੁਰੂ ਸਾਹਿਬ ਕਹਿੰਦੇ ਇਹ ਸਾਰੀ ਖੇਡ ਦਸਮ ਦੁਆਰ ਦੀ ਆ। ਜੇ ਤੇਰਾ ਕਪਾਟ ਜਿਹੜਾ ਅੰਦਰ ਬੱਜਰ ਕਪਾਟ ਜਿਹੜਾ ਜਿੱਥੇ ਮਾਇਆ ਦਾ ਪਹਿਰਾ ਲੱਗਾ ਪਿਆ ਹੈ, ਜੋ ਮਾਇਆ ਦਾ ਪਹਿਰਾ ਤੋੜੇਗਾ ਸ਼ਬਦ ਦੇ ਨਾਲ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੇ, ਗੁਰੂ ਦੇ ਸ਼ਬਦ ਦੇ ਨਾਲ ਖੁੱਲੂਗਾ। ਜੇ ਤੂੰ ਉਹ ਕਪਾਟ ਖੁਲਾ ਲੇਗਾ ਤਾਂ ਮਨ ਠਹਿਰ ਜੂ ਤੇਰਾ, ਤਾਂ ਮਨ ਠਹਿਰਾਈ, ਕਿਉਂਕਿ ਉਹ ਕਪਾਟ ਖੋਲਦੇ ਹੀ ਨਾ ਆਪਣੇ ਅੰਦਰ ਜਿਹੜੀ ਜੋਤ ਆ ਉਹ ਦੂਜਿਆਂ ਅੰਦਰ ਵੀ ਉਹੀ ਜੋਤ ਜੀਵ ਸਮਝਣ ਲੱਗ ਜਾਂਦਾ ਵਾ। ਜਿਆਦੀ ਕਿਰਪਾ ਹੋ ਜਾਏ ਤਾਂ ਦੇਖਣ ਵੀ ਲੱਗ ਜਾਂਦਾ ਵਾ ਦੂਜੇ ਦੇ ਅੰਦਰ ਵੀ ਇਹਦੇ ਅੰਦਰ ਵੀ ਉਹੀ ਜੋਤ ਆ। ਜਦੋਂ ਆਪਣੇ ਅੰਦਰ ਅਨਹਦ ਨਾਦ ਸੁਣਦਾ ਹੈ ਨਾ, ਫਿਰ ਜੀਵ ਨੂੰ ਅਕਲ ਆਉਂਦੀ ਆ, ਫਿਰ ਸਮਝ ਆਉਂਦੀ ਆ ਕਿ ਗੁਰੂ ਸਾਹਿਬ ਜੀ ਇਹ ਅੰਦਰ ਹੀ ਸੀ, ਮੈਂ ਲੱਭਿਆ ਕਿਉਂ ਨਹੀਂ। ਤੇ ਜਦੋਂ ਉਹ ਲੱਭਦਾ ਹੈ ਨਾ, ਫਿਰ ਗਵਾਉਣ ਦਾ ਬਹੁਤ ਡਰ ਰਹਿੰਦਾ ਵੀ ਗਵਾਚ ਨਾ ਜਾਏ। ਤੇ ਫਿਰ ਜਿਹੜਾ ਦੂਜਾ ਸਾਹਮਣੇ ਜੀਵ ਤੁਰਿਆ ਫਿਰਦਾ ਹੈ ਨਾ, ਉਹਦੇ ਅੰਦਰ ਵੀ ਅਨਹਦ ਨਾਦ ਹੈ, ਪਰ ਉਹ ਭਾਵੇਂ ਬੇਸ਼ੱਕ ਉਹਨੂੰ ਅਜੇ ਲੱਭਿਆ ਨਹੀਂਗਾ। ਫਿਰ ਜੀਵ ਵੀ ਸੋਚਦਾ ਹੈ ਕਿ ਮੈਂ ਇਹਨੂੰ ਕੋਈ ਵੀ ਮਾੜਾ ਬੋਲ ਨਾ ਬੋਲਾਂ, ਮੈਂ ਇਹਨੂੰ ਗੁਰੂ ਸਾਹਿਬ ਨਾਲ ਜੋੜ ਕੇ ਇਹ ਵੀ ਅੰਦਰੋਂ ਅਨਹਦ ਨਾਦ ਲੱਭ ਲੇ। ਫਿਰ ਖੇਡ ਦੂਜੇ ਪਾਸੇ ਉਲਟ ਹੋ ਜਾਂਦੀ ਆ, ਫਿਰ ਇਹਦਾ ਮਨ ਦੂਜੇ ਪਾਸੇ ਗੁਰੂ ਸਾਹਿਬ ਦੇ ਘਰ 'ਚ ਠਹਿਰ ਜਾਂਦਾ। ਬਾਹਰ ਜੀਵ ਕੰਮ ਵੀ ਕਰਦਾ ਹੋਊਗਾ ਧਰਤੀ ਤੇ ਕਿਤੇ ਵੀ, ਫਿਰ ਸਾਰਿਆਂ ਦੇ ਅੰਦਰ ਇਹਦੇ ਅੰਦਰ ਦਇਆ ਉਪਜਦੀ ਆ, ਦਇਆ ਧਰਮ ਬਣਾਉਂਦੀ ਆ। ਫਿਰ ਉਹਨੂੰ ਹੁੰਦਾ ਵੀ ਇਹ ਵੀ ਤਰੇ, ਇਹਦੇ ਅੰਦਰ ਵੀ ਅੰਮ੍ਰਿਤ ਰਸ ਆਵੇ, ਇਹਦੇ ਅੰਦਰ ਵੀ ਅਨਹਦ ਚੱਲੇ। ਸੋ ਸਾਰੇ ਇੱਕ ਦੂਜੇ ਦੀਆਂ ਅਰਦਾਸਾਂ ਕਰੋ, ਤੇ ਗੁਰੂ ਸਾਹਿਬ ਬਹੁਤ ਬਹੁਤ ਪਾਉਂਦੇ ਆ। ਜਦੋਂ ਕਿਸੇ ਪਿਤਾ ਦੇ ਪੁੱਤ ਹੋਣ 3-4, ਤੇ ਜਦੋਂ ਇੱਕ ਦੂਜਾ ਕਵੇ ਨਾ ਇਹਨੂੰ ਪਿਤਾ ਜੀ ਇਹਨੂੰ ਦਾਤ ਦਿਓ, ਇਹਨੂੰ ਇਹਦੀ ਆਹ ਕਮੀ ਪੂਰੀ ਕਰੋ, ਤੇ ਪਿਤਾ ਹੋਰ ਪ੍ਰਸੰਨ ਹੋ ਕੇ ਜਿਹੜਾ ਮੰਗ ਰਿਹਾ ਹੁੰਦਾ ਉਹਨੂੰ ਵੀ ਦਿੰਦਾ ਵਾ ਕਿ ਇਹ ਮੇਰਾ ਪੁੱਤਰ ਦੂਜੇ ਦੀ ਵੀ ਕੇਅਰ ਕਰਦਾ ਵਾ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਦੋਂ ਜੀਵ ਤੂੰ ਆਪਣੀ ਤਰੱਕੀ ਵਾਸਤੇ ਲੋਚਾ ਕਰੇਗਾ ਤੇ ਤੇਰੀ ਤਰੱਕੀ ਹੋਊਗੀ, ਫਿਰ ਤੂੰ ਦੂਜਿਆਂ ਦਾ ਵੀ ਭਲਾ ਲੋਚੇਗਾ। ਇਹ ਗੁਰੂ ਸਾਹਿਬ ਨੇ ਆਪਣੀ ਸਾਰੇ ਸਿੱਖਾਂ ਦੀ ਡਿਊਟੀ ਲਾਈ ਆ, ਕਿਸੇ 1-2 ਜਾਣਿਆਂ ਦੀ ਨਹੀਂਗੀ, ਕਿਸੇ 1-2 ਜਾਣਿਆਂ ਦੀ ਨਹੀਂਗੀ। ਇਹ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਖਾਲਸੇ ਦੀ, ਕਿ ਸਾਰੇ ਆਪਣਾ ਤਿਆਰ ਹੋ ਕੇ ਪ੍ਰਚਾਰ ਕਰੋ, ਆਪ ਵੀ ਪੂਰੇ ਗੁਰੂ ਸਾਹਿਬ ਅੱਗੇ ਅਰਦਾਸਾਂ ਕਰੋ, ਕਮੀਆਂ ਦੂਰ ਕਰਾਉਣ, ਤੇ ਕਮੀਆਂ ਦੂਰ ਹੋਣ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਤੇ ਜਿਹੜੀ ਆਪਾਂ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ, ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਨੂੰ ਮੈਂ ਮੂਹਰੇ ਲਾਉਣਾ, ਤੁਸੀਂ ਕਰੋ ਸੇਵਾ ਪੰਥ ਦੀ। ਪਰ ਸਿਰਫ ਇਹੀ ਆ ਵੀ ਪਹਿਲਾਂ ਆਪਾਂ ਗੁਰੂ ਸਾਹਿਬ ਅੱਗੇ ਬੇਨਤੀਆਂ ਕਰੀਏ, ਸਾਰੇ ਇੱਕ ਦੂਜੇ ਦੀਆਂ ਤਰਨ ਦੇ ਤਰਲੇ ਪਾਈਏ ਗੁਰੂ ਸਾਹਿਬ ਅੱਗੇ। ਗੁਰੂ ਸਾਹਿਬ ਕਿਰਪਾ ਕਰਨ, ਅੰਦਰ ਨਾਮ ਚਲਾ ਦੇਣ, ਚੱਲਿਆ ਆ ਨਾਮ, ਫਿਰ ਅੰਦਰ ਭਾਵ ਬਣੇ ਕਿ ਗਵਾਚੇ ਨਾ। ਗੁਰੂ ਸਾਹਿਬ ਮਿਹਰ ਕਰਨ, ਹਿਰਦੇ ਦੇ ਅੰਦਰ ਧੀਰਜ ਆ ਜਾਏ। ਜਿਹੜੀ ਚੰਚਲ ਮਾਇਆ ਤੰਗ ਕਰਦੀ ਆ ਮਨ ਨੂੰ, ਉਹ ਚੰਚਲਤਾ ਹੋਏ, ਧੀਰਜ ਉਹਨੂੰ ਠਹਿਰਾ ਦੇਵੇ, ਤੇ ਬੱਜਰ ਕਪਾਟ ਜਿਹੜਾ ਖੋਲ ਜੇ, ਤਾਂ ਜੋ ਇਹ ਮਨ ਸਮਝ ਜੇ ਜਿਹੜਾ ਮਨ ਸਮਝਦਾ ਨਹੀਂ। ਗੁਰੂ ਸਾਹਿਬ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦਿਓ, ਅਸੀਸ ਬਖਸ਼ਿਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ।